ਤੁਸੀਂ ਤਾਂ ਹਮੇਸ਼ਾ ਚੰਗੇ ਕਰਮ ਕਰਦੇ ਹੋ, ਪਰ ਤੁਹਾਨੂੰ ਉਸ ਦਾ ਫਲ ਚੰਗਾ ਕਿਉਂ ਨਹੀਂ ਮਿਲਦਾ? ਇਹ ਤਾਂ ਹੋਈ ਇੱਕ ਗੱਲ। ਦੂਜੀ ਗੱਲ, ਮੈਂ ਕਿਸੇ ਦਾ ਬੁਰਾ ਕਰਨਾ ਤਾਂ ਨਹੀਂ ਚਾਹੁੰਦਾ ਸੀ, ਪਰ ਮੇਰੇ ਤੋਂ ਅਣਜਾਣੇ ਵਿੱਚ ਇਹ ਗਲਤੀ ਹੋ ਗਈ। ਇਸ ਦਾ ਹੁਣ ਮੈਂ ਪ੍ਰਾਸ਼ਚਿਤ ਕਿਵੇਂ ਕਰਾਂ? ਜਿਵੇਂ ਮੇਰੀ ਕਾਰ ਦੇ ਅੱਗੇ ਕੋਈ ਜਾਨਵਰ ਆ ਗਿਆ, ਉਸ ਦਾ ਮੇਰੀ ਕਾਰ ਦੇ ਨਾਲ ਐਕਸੀਡੈਂਟ ਹੋ ਗਿਆ, ਜਾਂ ਫਿਰ ਮੇਰੇ ਪੈਰਾਂ ਥੱਲੇ ਆ ਕੇ ਕੀੜੀਆਂ ਮਰ ਗਈਆਂ। ਇਸ ਤਰ੍ਹਾਂ ਦੇ ਕਰਮ ਸਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ? ਇਹ ਸਵਾਲ ਸਾਡੇ ਮਨ ਦੇ ਵਿੱਚ ਅਕਸਰ ਉੱਠਦਾ ਹੋਵੇਗਾ, ਪਰ ਇਸ ਦਾ ਜਵਾਬ ਸਾਨੂੰ ਅਜੇ ਤੱਕ ਨਹੀਂ ਮਿਲਿਆ। ਭਾਵੇਂ ਹੀ ਅਸੀਂ ਆਪਣੇ ਆਪ ਨੂੰ ਕਿੰਨਾ ਵੀ ਸਮਝਦਾਰ ਕਹਿ ਲਈਏ, ਪਰ ਕਰਮਾਂ ਦੇ ਬਾਰੇ ਵਿੱਚ ਅਜੇ ਤੱਕ ਸਾਨੂੰ ਕੋਈ ਵੀ ਸਪਸ਼ਟਤਾ ਨਹੀਂ ਹੈ। ਭਗਵਤ ਗੀਤਾ ਦਾ ਇੱਕ ਬਹੁਤ ਹੀ ਪ੍ਰਸਿੱਧ ਸ਼ਲੋਕ ਹੈ ਕਿ ਜੈਸਾ ਕਰੋਗੇ ਵੈਸਾ ਹੀ ਫਲ ਪਾਓਗੇ। ਪਰ ਜੇਕਰ ਇਹ ਸੱਚ ਹੈ, ਫਿਰ ਸਾਨੂੰ ਸਾਡੇ ਚੰਗੇ ਕਰਮਾਂ ਦਾ ਫਲ ਚੰਗਾ ਕਿਉਂ ਨਹੀਂ ਮਿਲਦਾ? ਅੱਜ ਮੈਂ ਤੁਹਾਨੂੰ ਕਰਮ ਦੇ ਬਾਰੇ ਵਿੱਚ ਕੁਝ ਐਸੇ ਸੂਤਰ ਦੱਸਣ ਵਾਲਾ ਹਾਂ ਜਿਸ ਦੇ ਨਾਲ ਤੁਹਾਨੂੰ ਸਪਸ਼ਟਤਾ ਆਵੇਗੀ। ਅੱਜ ਦੀ ਕਹਾਣੀ ਇਸ ਤੇ ਆਧਾਰਿਤ ਹੈ। ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਸਟਰੋਂਗ ਮੈਸੇਜ ਵੀ ਜ਼ਰੂਰ ਮਿਲੇਗਾ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾ ਸੂਤਰ ਜੋ ਤੁਸੀਂ ਬਹੁਤ ਵਾਰ ਸੁਣਿਆ ਵੀ ਹੋਵੇਗਾ, ਪਰ ਅੱਜ ਤੁਸੀਂ ਉਸ ਸੂਤਰ ਨੂੰ ਪੂਰੀ ਤਰ੍ਹਾਂ ਸਮਝ ਜਾਓਗੇ। ਪਹਿਲਾ ਸੂਤਰ ਹੈ, ਕਰਮ ਕਰੋ, ਫਲ ਦੀ ਚਿੰਤਾ ਨਾ ਕਰੋ। ਜੇਕਰ ਤੁਸੀਂ ਕਰਮਾਂ ਦਾ ਹਿਸਾਬ ਲਗਾਉਣ ਬੈਠੋਗੇ ਤਾਂ ਤੁਸੀਂ ਕਦੇ ਵੀ ਸਮਝ ਨਹੀਂ ਪਾਓਗੇ ਕਿ ਜੋ ਤੁਹਾਨੂੰ ਮਿਲਿਆ ਹੈ ਉਹ ਤੁਹਾਡੇ ਕਿਸ ਚੰਗੇ ਕਰਮ ਦਾ ਫਲ ਹੈ, ਜਾਂ ਫਿਰ ਤੁਹਾਡੇ ਨਾਲ ਕੁਝ ਗਲਤ ਹੋ ਰਿਹਾ ਹੈ ਤਾਂ ਉਹ ਤੁਹਾਡੇ ਕਿਹੜੇ ਬੁਰੇ ਕਰਮ ਦਾ ਫਲ ਹੈ। ਜੇਕਰ ਇਹ ਸੱਚ ਹੈ ਕਿ ਚੰਗੇ ਕਰਮ ਕਰੋਗੇ ਤਾਂ ਚੰਗਾ ਫਲ ਮਿਲੇਗਾ, ਤੇ ਜੇ ਬੁਰੇ ਕਰਮ ਕਰੋਗੇ ਤਾਂ ਬੁਰਾ ਫਲ ਮਿਲੇਗਾ, ਤਾਂ ਸਾਨੂੰ ਇਹ ਪਤਾ ਕਿਉਂ ਨਹੀਂ ਲੱਗ ਪਾਉਂਦਾ ਕਿ ਸਾਡੇ ਕਿਹੜੇ ਕਰਮ ਦਾ ਫਲ ਸਾਨੂੰ ਕੀ ਮਿਲਿਆ ਹੈ? ਇਸ ਸ਼ੰਕਾ ਨੂੰ ਦੂਰ ਕਰਨ ਦੇ ਲਈ ਅਸੀਂ ਇੱਕ ਵਿਸ਼ਲੇਸ਼ਣ ਕੀਤਾ। ਅਸੀਂ ਆਤਮ ਮੰਥਨ ਕਰਕੇ ਪਾਇਆ ਕਿ ਮੰਨ ਲਓ ਜੇਕਰ ਕੁਦਰਤ ਦਾ ਹਿਸਾਬ ਐਸਾ ਹੁੰਦਾ ਕਿ ਅਸੀਂ ਚੰਗੇ ਕਰਮ ਕਰਦੇ ਤੇ ਤੁਰੰਤ ਹੀ ਸਾਨੂੰ ਉਸ ਦਾ ਫਲ ਚੰਗਾ ਮਿਲ ਜਾਂਦਾ। ਮੰਨ ਲਓ ਅਸੀਂ ਕਿਸੇ ਦੀ ਮਦਦ ਕੀਤੀ ਤੇ ਸਾਨੂੰ ਉਸ ਦਾ ਨਤੀਜਾ ਦਿਖਾਈ ਦੇ ਗਿਆ, ਮਤਲਬ ਅਸੀਂ ਚੰਗਾ ਕਰਮ ਕੀਤਾ, ਸਾਨੂੰ ਉਸ ਦਾ ਨਤੀਜਾ ਕੀ ਨਿਕਲਿਆ ਹੈ ਉਹ ਦਿਸ ਗਿਆ। ਤੇ ਜੇਕਰ ਇਨਸਾਨ ਨੂੰ ਐਸਾ ਦਿਖਾਈ ਦੇ ਜਾਂਦਾ ਹੈ ਤਾਂ ਧਰਤੀ ਉੱਤੋਂ ਤਾਂ ਬੁਰਾਈ ਪੂਰੀ ਤਰ੍ਹਾਂ ਖਤਮ ਹੀ ਹੋ ਜਾਵੇਗੀ। ਫਿਰ ਕੌਣ ਬੁਰੇ ਕਰਮ ਕਰੇਗਾ? ਜਦੋਂ ਉਸ ਨੂੰ ਇਹ ਦਿਖ ਗਿਆ ਕਿ ਬੁਰੇ ਕਰਮ ਦਾ ਨਤੀਜਾ ਹਮੇਸ਼ਾ ਬੁਰਾ ਹੀ ਨਿਕਲਦਾ ਹੈ ਤੇ ਚੰਗੇ ਕਰਮ ਦਾ ਨਤੀਜਾ ਹਮੇਸ਼ਾ ਚੰਗਾ ਹੀ ਨਿਕਲਦਾ ਹੈ। ਹੁਣ ਇਸ ਗੱਲ ਨੂੰ ਥੋੜਾ ਜਿਹਾ ਗਹਿਰਾਈ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਹੁਣ ਪੂਰੀ ਧਰਤੀ ਐਸੇ ਇਨਸਾਨਾਂ ਦੇ ਨਾਲ ਭਰੀ ਹੋਈ ਹੈ ਜੋ ਇਹ ਦੇਖ ਚੁੱਕੇ ਹਨ ਕਿ ਚੰਗੇ ਕਰਮਾਂ ਦਾ ਨਤੀਜਾ ਹਮੇਸ਼ਾ ਚੰਗਾ ਨਿਕਲਦਾ ਹੈ। ਸਾਰੇ ਲੋਕ ਹੁਣ ਚੰਗੇ ਕਰਮ ਕਰਨ ਲੱਗੇ ਹੋਏ ਹਨ। ਜਦੋਂ ਵੀ ਤੁਸੀਂ ਕਰਮ ਕਰੋਗੇ ਉਸ ਦਾ ਫਲ ਨਿਸ਼ਚਿਤ ਹੋ ਜਾਵੇਗਾ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਇਹ ਕਰਮ ਕੀਤਾ ਹੈ ਤੇ ਮੈਨੂੰ ਇਸ ਦਾ ਫਲ ਇਹ ਮਿਲਿਆ ਹੈ। ਤੇ ਇਸ ਤਰ੍ਹਾਂ ਹੋਣ ਦੇ ਨਾਲ ਤਾਂ ਇਨਸਾਨੀ ਜੀਵਨ ਦਾ ਸਾਰਾ ਰਸ ਹੀ ਖਤਮ ਹੋ ਜਾਵੇਗਾ। ਜਦੋਂ ਜੀਵਨ ਵਿੱਚ ਨਿਸ਼ਚਿਤਤਾ ਆ ਜਾਂਦੀ ਹੈ, ਸਿਕਿਉਰਿਟੀ ਆ ਜਾਂਦੀ ਹੈ, ਤਾਂ ਜੀਵਨ ਵਿੱਚ ਕੀ ਉਮੰਗ ਰਹਿ ਜਾਵੇਗੀ, ਕੀ ਉਮੀਦ ਰਹਿ ਜਾਵੇਗੀ ਤੇ ਕੀ ਜੋਸ਼ ਰਹਿ ਜਾਵੇਗਾ? ਅਸੀਂ ਕਿਸੇ ਵੀ ਚੀਜ਼ ਦੇ ਲਈ ਤਾਂ ਹੀ ਕੋਸ਼ਿਸ਼ ਕਰਦੇ ਹਾਂ ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਇਹ ਚੀਜ਼ ਸਾਨੂੰ ਮਿਲੇਗੀ ਜਾਂ ਨਹੀਂ ਮਿਲੇਗੀ। ਅਸੀਂ ਇਸ ਦੁਵਿਧਾ ਦੇ ਵਿੱਚ ਹੁੰਦੇ ਹਾਂ ਤੇ ਇਸੇ ਦੁਵਿਧਾ ਨੂੰ ਪਾਰ ਕਰਨ ਦੇ ਲਈ ਅਸੀਂ ਕਰਮ ਕਰਦੇ ਹਾਂ, ਮਿਹਨਤ ਕਰਦੇ ਹਾਂ, ਤਾਂ ਕਿ ਸਾਨੂੰ ਇਸ ਦਾ ਅੰਤਿਮ ਨਤੀਜਾ ਪਤਾ ਲੱਗ ਸਕੇ। ਜੀਵਨ ਤਾਂ ਅਨਿਸ਼ਚਿਤਤਾ ਹੈ, ਹਰ ਇੱਕ ਸਾਹ ਅਨਿਸ਼ਚਿਤਤਾ ਹੈ। ਸਾਨੂੰ ਨਹੀਂ ਪਤਾ ਸਾਡੇ ਨਾਲ ਅਗਲੇ ਪਲ ਕੀ ਹੋਵੇਗਾ, ਤੇ ਇਹੀ ਜੀਵਨ ਦਾ ਰਸ ਹੁੰਦਾ ਹੈ। ਪਰਮਾਤਮਾ ਨੇ ਵੀ ਆਪਣੀ ਹੋਂਦ ਨੂੰ ਨਿਸ਼ਚਿਤ ਕਰਨ ਦੇ ਲਈ ਕੋਈ ਐਸਾ ਨਿਯਮ ਨਹੀਂ ਬਣਾਇਆ ਜਿਸ ਤੋਂ ਤੁਸੀਂ ਇਹ ਪਤਾ ਲਗਾ ਸਕੋ ਕਿ ਪਰਮਾਤਮਾ ਮੌਜੂਦ ਹੈ ਜਾਂ ਨਹੀਂ ਹੈ। ਉਸ ਨੂੰ ਤਾਂ ਖੁਦ ਖੋਜਣਾ ਪੈਂਦਾ ਹੈ। ਕਰਮ ਦੇ ਫਲ ਦੀ ਚਿੰਤਾ ਵਿੱਚ ਮਨ ਇੰਨਾ ਉਲਝ ਜਾਂਦਾ ਹੈ ਕਿ ਉਸ ਕਰਮ ਦੀ ਸਾਰਥਕਤਾ ਖਤਮ ਹੋ ਜਾਂਦੀ ਹੈ, ਉਸ ਵਿੱਚੋਂ ਟੋਟੈਲਿਟੀ ਖਤਮ ਹੋ ਜਾਂਦੀ ਹੈ। ਇਨਸਾਨ ਪੂਰੀ ਤਰ੍ਹਾਂ ਦੇ ਨਾਲ ਪੂਰੇ ਮਨ ਨੂੰ ਸ਼ਾਮਲ ਕਰਕੇ ਉਸ ਕਰਮ ਨੂੰ ਕਰ ਹੀ ਨਹੀਂ ਪਾਉਂਦਾ, ਕਿਉਂਕਿ ਉਸ ਦੇ ਮਨ ਨੂੰ ਤਾਂ ਕਰਮ ਦੇ ਵਿਚਾਰਾਂ ਨੇ ਘੇਰਿਆ ਹੁੰਦਾ ਹੈ। ਇਸੇ ਲਈ ਉਹ ਕਰਮ ਆਪਣੀ ਪੂਰੀ ਟੋਟੈਲਿਟੀ ਵਿੱਚ ਨਹੀਂ ਹੋ ਪਾਉਂਦਾ ਤੇ ਅਸੀਂ ਪੂਰੇ ਮਨ ਦੇ ਨਾਲ ਉਸ ਨੂੰ ਨਹੀਂ ਕਰ ਪਾਉਂਦੇ। ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਸਾਡੇ ਜ਼ਿਆਦਾਤਰ ਕਰਮ ਅਸਫਲ ਹੋ ਜਾਂਦੇ ਹਨ। ਤੇ ਜਦੋਂ ਤੁਸੀਂ ਆਪਣਾ ਮਨ ਤੇ ਪੂਰਾ ਧਿਆਨ ਉਸ ਕਰਮ ਨੂੰ ਕਰਨ ਵਿੱਚ ਲਗਾਉਂਦੇ ਹੋ, ਉਸ ਦੀਆਂ ਭਵਿੱਖ ਦੀਆਂ ਯੋਜਨਾਵਾਂ ਵਿੱਚ ਨਹੀਂ ਲਗਾਉਂਦੇ, ਚਿੰਤਾਵਾਂ ਵਿੱਚ ਨਹੀਂ ਲਗਾਉਂਦੇ, ਤਾਂ ਤੁਸੀਂ ਉਸ ਕਰਮ ਨੂੰ ਟੋਟੈਲਿਟੀ ਵਿੱਚ ਕਰਦੇ ਹੋ, ਉਸ ਕਰਮ ਨੂੰ ਪੂਰਾ ਸੰਪੂਰਨ ਜਾਗਰੂਕ ਹੋ ਕੇ ਕਰਦੇ ਹੋ, ਤਾਂ ਫਿਰ ਉਸ ਕੰਮ ਦੇ ਸਾਰਥਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਤੇ ਦੂਜਾ ਸੂਤਰ ਹੈ ਕਿ ਅਣਜਾਣੇ ਵਿੱਚ ਹੋਏ ਬੁਰੇ ਕਰਮਾਂ ਤੋਂ ਆਪਣੇ ਮਨ ਨੂੰ ਸਾਫ਼ ਰੱਖੋ। ਉਸ ਦੀ ਛਾਪ ਨੂੰ ਆਪਣੇ ਮਨ ਉੱਤੇ ਨਾ ਪੈਣ ਦਿਓ। ਉਸ ਦੇ ਨਾਲ ਆਪਣਾ ਮਨ ਮੈਲਾ ਨਾ ਕਰੋ। ਜਦੋਂ ਵੀ ਸਾਡੇ ਕੋਲੋਂ ਅਣਜਾਣੇ ਵਿੱਚ ਕੋਈ ਗਲਤੀ ਜਾਂ ਪਾਪ ਹੋ ਜਾਂਦਾ ਹੈ, ਜਿਵੇਂ ਕਿ ਸਾਡੀ ਕਾਰ ਦੇ ਅੱਗੇ ਕੋਈ ਜਾਨਵਰ ਆ ਜਾਂਦਾ ਹੈ ਤੇ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ, ਤਾਂ ਐਸੇ ਵਿੱਚ ਅਸੀਂ ਉਹ ਕੰਮ ਅਣਜਾਣੇ ਵਿੱਚ ਕੀਤਾ ਹੈ, ਅਸੀਂ ਉਹ ਸੋਚ ਸਮਝ ਕੇ ਨਹੀਂ ਕੀਤਾ। ਪਰ ਇੱਕ ਦਿਆਲੂ ਇਨਸਾਨ ਦਾ ਮਨ ਐਸੇ ਐਕਸੀਡੈਂਟ ਦੇ ਬਾਅਦ ਕਰੁਣਾ ਦੇ ਨਾਲ ਭਰ ਜਾਂਦਾ ਹੈ ਤੇ ਉਸ ਦਾ ਮਨ ਬਹੁਤ ਦੁਖੀ ਹੁੰਦਾ ਹੈ। ਹੋਣਾ ਵੀ ਚਾਹੀਦਾ ਹੈ, ਕਿਉਂਕਿ ਕਰੁਣਾ ਇਨਸਾਨ ਦਾ ਸਭ ਤੋਂ ਵੱਡਾ ਗੁਣ ਹੁੰਦਾ ਹੈ। ਤੇ ਜਿਸ ਇਨਸਾਨ ਵਿੱਚ ਕਰੁਣਾ ਦੀ ਭਾਵਨਾ ਨਹੀਂ, ਤਾਂ ਉਸਨੇ ਅਜੇ ਤੱਕ ਪਰਮਾਤਮਾ ਦੇ ਵੱਲ ਪਹਿਲਾ ਕਦਮ ਵੀ ਨਹੀਂ ਚੁੱਕਿਆ। ਪਰ ਇਹ ਤਾਂ ਹੋਈ ਅਲੱਗ ਗੱਲ।
ਪਰ ਸਾਡਾ ਮੁੱਦਾ ਹੈ ਕਿ ਜਦੋਂ ਉਸ ਦਿਆਲੂ ਇਨਸਾਨ ਦੇ ਹਿਰਦੇ ਵਿੱਚ ਉਸ ਜਾਨਵਰ ਦੇ ਪ੍ਰਤੀ ਕਰੁਣਾ ਪੈਦਾ ਹੁੰਦੀ ਹੈ ਤਾਂ ਉਸ ਦਾ ਮਨ ਬਹੁਤ ਦੁਖੀ ਹੁੰਦਾ ਹੈ, ਉਸ ਨੂੰ ਬਹੁਤ ਠੇਸ ਪਹੁੰਚਦੀ ਹੈ। ਪਰ ਇੱਥੇ ਇਹ ਸਮਝਣ ਵਾਲੀ ਗੱਲ ਹੈ ਕਿ ਉਹ ਕਰਮ ਸਾਡੇ ਤੋਂ ਅਣਜਾਣੇ ਵਿੱਚ ਹੋਇਆ ਹੈ, ਇਸ ਲਈ ਉਸ ਦੇ ਕਾਰਨ ਜ਼ਿਆਦਾ ਦੁਖੀ ਹੋਣ ਦੀ ਜ਼ਰੂਰਤ ਨਹੀਂ। ਐਸੇ ਐਕਸੀਡੈਂਟ ਨੂੰ ਅਸੀਂ ਜ਼ਿੰਦਗੀ ਭਰ ਆਪਣੇ ਮਨ ਦੇ ਨਾਲ ਬੰਨ੍ਹ ਕੇ ਨਹੀਂ ਰੱਖ ਸਕਦੇ। ਐਸੇ ਵਿੱਚ ਅਸੀਂ ਆਪਣੇ ਆਪ ਨੂੰ ਪਾਪੀ ਨਹੀਂ ਮੰਨ ਸਕਦੇ, ਕਿਉਂਕਿ ਇਹ ਸਭ ਹੁੰਦੇ ਹੋਏ ਉਹ ਪਰਮਾਤਮਾ ਵੀ ਦੇਖ ਰਿਹਾ ਸੀ। ਉਸ ਨੂੰ ਵੀ ਪਤਾ ਹੈ ਕਿ ਇਸ ਕਰਮ ਦੇ ਵਿੱਚ ਤੁਹਾਡੀ ਕੋਈ ਵੀ ਗਲਤੀ ਨਹੀਂ ਹੈ, ਉਹ ਅਣਜਾਣੇ ਵਿੱਚ ਹੋਇਆ ਹੈ। ਤੇ ਇਸੇ ਤਰ੍ਹਾਂ ਹੀ ਦੂਜੇ ਪਾਸੇ ਜਦੋਂ ਕੋਈ ਆਦਮੀ ਗੁੱਸੇ ਵਿੱਚ ਆ ਕੇ ਕਿਸੇ ਆਦਮੀ ਨੂੰ ਚਪੇੜ ਮਾਰ ਦਿੰਦਾ ਹੈ ਤਾਂ ਕਿ ਉਹ ਵੀ ਅਣਜਾਣੇ ਵਿੱਚ ਹੋਈ ਗਲਤੀ ਹੈ, ਕਿਉਂਕਿ ਉਸਨੇ ਤਾਂ ਅਚਾਨਕ ਗੁੱਸੇ ਵਿੱਚ ਆ ਕੇ ਉਸ ਨੂੰ ਚਪੇੜ ਮਾਰ ਦਿੱਤੀ। ਉਸ ਦੀ ਕੋਈ ਯੋਜਨਾ ਤਾਂ ਹੈ ਨਹੀਂ ਸੀ, ਤਾਂ ਕਿ ਚਪੇੜ ਮਾਰਨ ਦਾ ਕਰਮ ਵੀ ਤੁਹਾਡੇ ਤੋਂ ਅਣਜਾਣੇ ਵਿੱਚ ਹੋਇਆ ਹੈ। ਤੇ ਐਸੇ ਕਰਮ ਦਾ ਤੁਹਾਨੂੰ ਕੀ ਫਲ ਮਿਲੇਗਾ, ਕਦੇ ਸੋਚਿਆ ਹੈ ਤੁਸੀਂ? ਤਾਂ ਇਸ ਦਾ ਜਵਾਬ ਹੈ ਕਿ ਇਹ ਕਰਮ ਤੁਹਾਡੇ ਤੋਂ ਅਣਜਾਣੇ ਵਿੱਚ ਨਹੀਂ ਹੋਇਆ, ਅਸੀਂ ਜਾਣਬੁੱਝ ਕੇ ਕੀਤਾ ਹੈ। ਇਹ ਅਸੀਂ ਹੰਕਾਰ ਤੇ ਕ੍ਰੋਧ ਵਿੱਚ ਆ ਕੇ ਕੀਤਾ ਹੈ। ਜੇਕਰ ਅਸੀਂ ਹੋਸ਼ ਵਿੱਚ ਆ ਕੇ ਇਹ ਕਰਮ ਕਰ ਰਹੇ ਹੁੰਦੇ ਤਾਂ ਸਾਨੂੰ ਪਤਾ ਹੁੰਦਾ ਕਿ ਅਸੀਂ ਕੀ ਕਰਮ ਕਰ ਰਹੇ ਹਾਂ, ਪਰ ਉਸ ਵਕਤ ਅਸੀਂ ਕ੍ਰੋਧ ਵਿੱਚ ਆ ਕੇ ਆਪਣੇ ਹੋਸ਼-ਹਵਾਸ ਖੋ ਬੈਠੇ ਤੇ ਭਾਵਨਾਵਾਂ ਵਿੱਚ ਬਹਿ ਕੇ ਅਸੀਂ ਇਹ ਕਦਮ ਚੁੱਕ ਲਿਆ। ਐਸੇ ਕਰਮ ਨੂੰ ਕਦੇ ਵੀ ਅਣਜਾਣੇ ਵਿੱਚ ਨਹੀਂ ਗਿਣਿਆ ਜਾਂਦਾ। ਐਸੇ ਕਰਮ ਦਾ ਫਲ ਤੁਹਾਨੂੰ ਭੋਗਣਾ ਹੀ ਪੈਂਦਾ ਹੈ। ਤੇ ਜਿਸ ਵੀ ਆਦਮੀ ਦੇ ਨਾਲ ਤੁਹਾਡੀ ਹੱਥੋਂ ਪਾਈ ਹੋਈ ਹੈ, ਤੁਸੀਂ ਕਿਸੇ ਨੂੰ ਮਾਰਿਆ ਹੈ, ਤਾਂ ਤੁਸੀਂ ਉਸ ਦੇ ਮਨ ਤੋਂ, ਉਸ ਦੀ ਜ਼ਿੰਦਗੀ ਤੋਂ ਹਮੇਸ਼ਾ ਦੇ ਲਈ ਦੂਰ ਹੋ ਜਾਵੋਗੇ, ਜਾਂ ਫਿਰ ਤੁਹਾਡੀ ਉਸ ਦੇ ਨਾਲ ਦੁਸ਼ਮਣੀ ਹੋ ਜਾਵੇਗੀ ਤੇ ਭਵਿੱਖ ਵਿੱਚ ਤੁਹਾਨੂੰ ਉਸ ਦਾ ਪ੍ਰਣਾਮ ਭੋਗਣਾ ਹੀ ਪਵੇਗਾ। ਜੋ ਲੋਕ ਜਾਣਬੁੱਝ ਕੇ ਦੂਜਿਆਂ ਨੂੰ ਹਾਨੀ ਪਹੁੰਚਾਉਂਦੇ ਹਨ, ਉਹ ਭਾਵੇਂ ਹੀ ਅੱਜ ਸੁੱਖ ਦੀ ਜ਼ਿੰਦਗੀ ਬਿਤਾ ਰਹੇ ਹੋਣ, ਪਰ ਭਵਿੱਖ ਵਿੱਚ ਕਦੇ ਨਾ ਕਦੇ ਉਹਨਾਂ ਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ। ਤੇ ਦੂਜਾ ਸੂਤਰ ਤੁਸੀਂ ਸਮਝ ਚੁੱਕੇ ਹੋ ਕਿ ਅਣਜਾਣੇ ਵਿੱਚ ਹੋਏ ਗਲਤ ਕਰਮਾਂ ਨੂੰ ਜਾਂ ਪਾਪਾਂ ਨੂੰ ਕਦੇ ਵੀ ਸਾਨੂੰ ਆਪਣੇ ਮਨ ਦੇ ਨਾਲ ਬੰਨ੍ਹ ਕੇ ਨਹੀਂ ਰੱਖਣਾ ਚਾਹੀਦਾ। ਤੇ ਤੀਜਾ ਸੂਤਰ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਵੀ ਕੋਈ ਬੁਰਾ ਕਰਮ ਨਹੀਂ ਕੀਤਾ, ਪਰ ਫਿਰ ਵੀ ਉਹਨਾਂ ਦੇ ਨਾਲ ਬੁਰਾ ਹੀ ਬੁਰਾ ਹੁੰਦਾ ਜਾ ਰਿਹਾ ਹੈ। ਧਾਰਮਿਕ ਹਿੰਦੂ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਕਿ ਮਨੁੱਖ ਮਰਨ ਤੋਂ ਬਾਅਦ ਦੂਜਾ ਜਨਮ ਲੈ ਲੈਂਦਾ ਹੈ ਤੇ ਪਹਿਲੇ ਜਨਮ ਦੇ ਜੋ ਕਰਮ ਬਾਕੀ ਰਹਿ ਜਾਂਦੇ ਹਨ ਉਹ ਉਸ ਨੂੰ ਅਗਲੇ ਜਨਮ ਵਿੱਚ ਭੋਗਣੇ ਪੈਂਦੇ ਹਨ। ਪਰ ਇੱਕ ਵਾਰ ਜਦੋਂ ਅਸੀਂ ਕਿਸੇ ਪਾਪ ਕਰਮ ਦੇ ਲਈ ਆਪਣਾ ਕਰਮ ਭੋਗ ਪੂਰਾ ਕਰ ਲੈਂਦੇ ਹਾਂ ਤਾਂ ਸਾਡਾ ਉਹ ਬੁਰਾ ਕਰਮ ਹਮੇਸ਼ਾ ਦੇ ਲਈ ਕੱਟ ਜਾਂਦਾ ਹੈ ਤੇ ਅਸੀਂ ਅਧਿਆਤਮਿਕ ਤੌਰ ਤੇ ਅੱਗੇ ਵੱਧ ਜਾਂਦੇ ਹਾਂ। ਹਿੰਦੂ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਮਨੁੱਖ ਨੂੰ ਮੁਕਤੀ ਦੇ ਲਈ 10 ਲੱਖ ਸਾਲਾਂ ਤੱਕ ਜਨਮ ਲੈਂਦੇ ਰਹਿਣਾ ਪਵੇਗਾ ਤੇ ਜਦੋਂ ਤੱਕ ਸਾਡੇ ਸਾਰੇ ਕਰਮ ਕੱਟ ਨਹੀਂ ਜਾਂਦੇ ਉਦੋਂ ਤੱਕ ਸਾਡੇ ਲਈ ਕੋਈ ਮੁਕਤੀ ਨਹੀਂ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਧਾਰਮਿਕ ਹਿੰਦੂ ਗ੍ਰੰਥਾਂ ਦਾ ਕਹਿਣਾ ਹੈ ਤੇ ਇਹ ਸੱਚ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਚਰਚਾ ਕਰਨਾ ਹੀ ਬੇਵਕੂਫੀ ਹੋਵੇਗੀ। ਪਰ ਇੱਕ ਸਿੱਖਿਆ ਜੋ ਸਾਨੂੰ ਇਹਨਾਂ ਗ੍ਰੰਥਾਂ ਤੋਂ ਲੈਣੀ ਚਾਹੀਦੀ ਹੈ ਤਾਂ ਉਹ ਇਹ ਹੈ ਕਿ ਜੇਕਰ ਐਸਾ ਹੈ ਕਿ ਸਾਨੂੰ ਆਪਣੇ ਪਿਛਲੇ ਜਨਮਾਂ ਦੇ ਕਰਮ ਇਸ ਜਨਮ ਵਿੱਚ ਭੋਗਣੇ ਪੈ ਰਹੇ ਹਨ ਤਾਂ ਅਸੀਂ ਆਪਣੇ ਮਨ ਨੂੰ ਇਹ ਸਮਝਾ ਕੇ ਸ਼ਾਂਤ ਕਰ ਸਕਦੇ ਹਾਂ, ਇਹ ਦੁਵਿਧਾ ਨੂੰ ਦੂਰ ਕਰ ਸਕਦੇ ਹਾਂ ਕਿ ਸਾਡੇ ਨਾਲ ਚੰਗਾ ਕਰਮ ਕਰਦੇ ਹੋਏ ਵੀ ਬੁਰਾ ਕਿਉਂ ਹੋ ਰਿਹਾ ਹੈ। ਤੇ ਹੁਣ ਸਾਨੂੰ ਇਹ ਪਤਾ ਲੱਗ ਗਿਆ ਹੈ ਕਿ ਪਿਛਲੇ ਜਨਮਾਂ ਦੇ ਕਰਮ ਇਸ ਜਨਮ ਵਿੱਚ ਵੀ ਸਾਨੂੰ ਭੋਗਣੇ ਪੈ ਰਹੇ ਹਨ, ਤਾਂ ਇਹ ਇਸ ਜਨਮ ਦੇ ਕਰਮ ਨਹੀਂ ਹਨ, ਇਹ ਪਿਛਲੇ ਜਨਮਾਂ ਦਾ ਕਰਮ ਫਲ ਹੈ ਤੇ ਜੋ ਅਸੀਂ ਹੁਣ ਕਰ ਰਹੇ ਹਾਂ ਉਸ ਦਾ ਫਲ ਸਾਨੂੰ ਭਵਿੱਖ ਵਿੱਚ ਮਿਲੇਗਾ। ਤਾਂ ਇਸ ਵਿਚਾਰ ਦੇ ਨਾਲ ਤੁਹਾਨੂੰ ਆਪਣੇ तमाम ਦੁੱਖਾਂ ਤੋਂ ਨਿਜਾਤ ਮੁਕਤੀ ਮਿਲ ਸਕਦੀ ਹੈ ਤੇ ਹੁਣ ਤੁਸੀਂ ਕਦੇ ਵੀ ਆਪਣੇ ਆਪ ਨੂੰ ਇਹ ਸ਼ਿਕਾਇਤ ਨਹੀਂ ਕਰੋਗੇ ਕਿ ਤੁਸੀਂ ਚੰਗੇ ਕਰਮ ਕਰਦੇ ਹੋ ਤੇ ਤੁਹਾਨੂੰ ਉਸ ਦਾ ਫਲ ਬੁਰਾ ਮਿਲਦਾ ਹੈ, ਕਿਉਂਕਿ ਹੁਣ ਤੁਸੀਂ ਕਰਮਾਂ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਝ ਚੁੱਕੇ ਹੋ। ਆਖਿਰ ਵਿੱਚ ਇੱਕ ਗੱਲ ਕਹਿਣੀ ਚਾਹੁੰਦਾ ਹਾਂ, ਤੁਸੀਂ ਜੋ ਵੀ ਕਰਮ ਕਰੋ ਉਸ ਨੂੰ ਪੂਰੇ ਹੋਸ਼-ਹਵਾਸ ਵਿੱਚ ਕਰੋ, ਪੂਰੇ ਜਾਗਰੂਕ ਹੋ ਕੇ ਕਰੋ ਤਾਂ ਕਿ ਉਸ ਕੰਮ ਦੇ ਸਫਲ ਹੋਣ ਦੀ ਸੰਭਾਵਨਾ ਵੱਧ ਸਕੇ, ਉਹ ਕੰਮ ਸਫਲ ਹੋ ਸਕੇ। ਤੇ ਆਖਿਰ ਵਿੱਚ ਕਰਮਾਂ ਦੇ ਸਿਧਾਂਤ ਦੇ 3 ਸੂਤਰ: ਪਹਿਲਾ, ਜੈਸਾ ਕਰਮ ਕਰੋਗੇ ਵੈਸਾ ਹੀ ਫਲ ਪਾਓਗੇ, ਤੇ ਦੂਜਾ, ਅਣਜਾਣੇ ਵਿੱਚ ਹੋਏ ਬੁਰੇ ਕਰਮਾਂ ਜਾਂ ਪਾਪਾਂ ਨੂੰ ਦਿਲ ਤੇ ਨਹੀਂ ਲਗਾਉਣਾ, ਉਸ ਤੋਂ ਦੁਖੀ ਨਹੀਂ ਹੋਣਾ ਕਿਉਂਕਿ ਉਹ ਅਣਜਾਣੇ ਵਿੱਚ ਹੋਏ ਹਨ, ਤੁਸੀਂ ਜਾਣਬੁੱਝ ਕੇ ਨਹੀਂ ਕੀਤੇ। ਤੇ ਤੀਜਾ, ਜਿਸ ਹਾਲਾਤ ਦੇ ਵਿੱਚ ਅਸੀਂ ਅੱਜ ਹਾਂ ਉਹ ਅਸੀਂ ਆਪਣੇ ਅਤੀਤ ਦੇ ਕਰਮਾਂ ਦੇ ਕਾਰਨ ਹਾਂ। ਸੋ ਦੋਸਤੋ, ਇसी जन्म में ये 2 काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।